ਕਿਸੇ ਨੇ ਬਹੁਤ ਹੀ ਕਮਾਲ ਦੀ ਗੱਲ ਕਹੀ ਹੈ ਕਿ ਪਰਮਾਤਮਾ ਨਾਲ ਸ਼ਿਕਾਇਤਾਂ ਨਾ ਕਰਿਆ ਕਰੋ, ਕਿਉਂਕਿ ਪਰਮਾਤਮਾ ਨੇ ਤੁਹਾਡਾ ਪੇਟ ਭਰਨ ਦੀ ਜ਼ਿੰਮੇਵਾਰੀ ਲਈ ਹੈ, ਨਾ ਕਿ ਪੇਟੀਆਂ ਭਰਨ ਦੀ। ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੇਵਾ ਸਿੰਘ ਸੋਨੀ ਲੈ ਕੇ ਆਇਆ ਤੁਹਾਡੇ ਲਈ ਛੋਟੀ ਜਿਹੀ ਕਹਾਣੀ, ਸੁਨੇਹਾ ਬਹੁਤ ਵੱਡਾ। ਪੇਜ ਨੂੰ ਫੋਲੋ ਕਰ ਲਓ, ਹੋ ਸਕਿਆ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਬੈਲ ਆਈਕਨ ਦਾ ਬਟਨ ਦਬਾ ਕੇ ਆਲ ਤੇ ਸਿਲੈਕਟ ਕਰ ਲਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਕਹਾਣੀ ਸ਼ੁਰੂ ਕਰਦੇ ਹਾਂ। ਇੱਕ ਵਾਰ ਦੀ ਗੱਲ ਹੈ, ਰਾਜੇ ਦੇ ਦਰਬਾਰ ਦੇ ਵਿੱਚ ਇੱਕ ਪੰਡਤ ਜੀ ਹਮੇਸ਼ਾ ਵਿਰਾਜਮਾਨ ਰਹਿੰਦੇ ਸਨ। ਤਾਂ ਰਾਜੇ ਨੇ ਇੱਕ ਦਿਨ ਪੰਡਤ ਜੀ ਨੂੰ 3 ਸਵਾਲ ਕੀਤੇ ਅਤੇ ਕਿਹਾ ਕਿ ਪੰਡਤ ਜੀ, ਮੈਂ ਤੁਹਾਨੂੰ ਇਸ ਸਵਾਲਾਂ ਦੇ ਜਵਾਬ ਪੁੱਛਣਾ ਚਾਹੁੰਦਾ। ਤਾਂ ਪੰਡਤ ਜੀ ਨੇ ਕਿਹਾ ਕਿ ਮਹਾਰਾਜ, ਉਹ 3 ਸਵਾਲ ਕਿਹੜੇ ਹਨ? ਤਾਂ ਰਾਜੇ ਨੇ ਕਿਹਾ ਕਿ ਮੇਰਾ ਪਹਿਲਾ ਸਵਾਲ ਹੈ ਕਿ ਪਰਮਾਤਮਾ ਕਿਹੋ ਜਿਹਾ ਦਿਸਦਾ ਹੈ। ਤਾਂ ਰਾਜੇ ਨੇ ਦੂਜਾ ਸਵਾਲ ਪੁੱਛਿਆ ਕਿ ਪਰਮਾਤਮਾ ਕਿੱਥੇ ਤੱਕ ਦੇਖ ਸਕਦਾ ਹੈ। ਤੀਸਰਾ ਸਵਾਲ ਕੀਤਾ ਕਿ ਪਰਮਾਤਮਾ ਕੀ ਕਰ ਸਕਦਾ ਹੈ। ਤਾਂ ਪੰਡਤ ਜੀ ਇਹ ਤਿੰਨੇ ਸਵਾਲ ਸੁਣ ਕੇ ਬੜੇ ਪਰੇਸ਼ਾਨ ਹੋ ਗਏ। ਪੰਡਤ ਜੀ ਨੇ ਮਨ ਦੇ ਵਿੱਚ ਸੋਚਿਆ ਕਿ ਇਹ ਕਿੱਦਾਂ ਦੇ ਸਵਾਲ ਹਨ, ਮੈਨੂੰ ਇਹਨਾਂ ਸਵਾਲਾਂ ਦੇ ਜਵਾਬ ਸੋਚ ਕੇ ਦੱਸਣੇ ਪੈਣਗੇ, ਕਿਉਂਕਿ ਰਾਜਾ ਜੀ ਦੇ ਕੋਲ ਗਲਤ ਸਵਾਲ ਦੇ ਜਵਾਬ ਮੈਂ ਨਹੀਂ ਦੇ ਸਕਦਾ। ਤਾਂ ਪੰਡਤ ਜੀ ਨੇ ਰਾਜੇ ਤੋਂ ਜੋ ਦਿਨਾਂ ਦੀ ਮੌਲਤ ਮੰਗੀ ਅਤੇ ਰਾਜੇ ਨੇ ਉਸ ਪੰਡਤ ਨੂੰ 1 ਮਹੀਨੇ ਦਾ ਸਮਾਂ ਦੇ ਦਿੱਤਾ। ਪੰਡਤ ਜੀ ਪਰੇਸ਼ਾਨ ਰਹਿਣ ਲੱਗ ਪਏ। ਸਮਾਂ ਬੀਤਦਾ ਗਿਆ, ਦਿਨ ਲੰਘਦੇ ਗਏ। ਤਾਂ ਇੱਕ ਦਿਨ ਪੰਡਤ ਜੀ ਦਾ ਪੁੱਤਰ ਉਸ ਦੇ ਕੋਲ ਕੁਝ ਦਿਨਾਂ ਦੇ ਰਹਿਣ ਲਈ ਆਇਆ ਸੀ। ਤਾਂ ਪੁੱਤਰ ਨੇ ਪੰਡਤ ਨੂੰ ਪੁੱਛਿਆ ਕਿ ਮਹਾਰਾਜ, ਮੈਂ ਕਈ ਦਿਨਾਂ ਤੋਂ ਦੇਖ ਰਿਹਾ ਕਿ ਤੁਸੀਂ ਬੜੇ ਪਰੇਸ਼ਾਨ ਲੱਗ ਰਹੇ ਹੋ, ਕਿਸੇ ਦੁਬਿਧਾ ਵਿੱਚ ਤਾਂ ਨਹੀਂ? ਤਾਂ ਪੰਡਤ ਜੀ ਨੇ ਦੱਸਿਆ ਕਿ ਪੁੱਤਰ, ਮੈਨੂੰ ਰਾਜੇ ਨੇ 3 ਸਵਾਲ ਪੁੱਛੇ ਹਨ, ਉਹਨਾਂ ਦਾ ਜਵਾਬ ਮੈਂ ਨਹੀਂ ਦੇ ਸਕਦਾ, ਕਿਉਂਕਿ ਮੇਰਾ ਗਿਆਨ ਇੰਨਾ ਨਹੀਂ ਕਿ ਮੈਂ ਮਹਾਰਾਜ ਜੀ ਦੀ ਗੱਲ ਦਾ ਜਵਾਬ ਦੇ ਸਕਾਂ, ਮੈਨੂੰ ਕੁਝ ਨਹੀਂ ਸੁਝ ਰਿਹਾ। ਤਾਂ ਪੰਡਤ ਨੇ ਆਪਣੇ ਪੁੱਤਰ ਨੂੰ ਉਹ 3 ਸਵਾਲ ਦੱਸੇ ਜੋ ਰਾਜੇ ਨੇ ਪੁੱਛੇ ਸਨ। ਤਾਂ ਪੰਡਤ ਦਾ ਬੇਟਾ ਕਹਿਣ ਲੱਗਾ ਕਿ ਪਿਤਾ ਜੀ, ਮੈਂ ਰਾਜਾ ਜੀ ਦੇ ਦਰਬਾਰ ਵਿੱਚ ਜਾਣਾ ਚਾਹੁੰਦਾ ਹਾਂ, ਇਹ 3 ਸਵਾਲਾਂ ਦੇ ਜਵਾਬ ਮੇਰੇ ਕੋਲ ਹਨ। ਤਾਂ ਪੰਡਤ ਨੇ ਆਪਣੇ ਪੁੱਤਰ ਨੂੰ ਨਾਲ ਲਿਆ, ਰਾਜੇ ਦੇ ਦਰਬਾਰ ਵਿੱਚ ਪਹੁੰਚ ਗਿਆ। ਹੁਣ 1 ਮਹੀਨੇ ਦੀ ਮੌਲਤ ਪੂਰੀ ਹੋ ਚੁੱਕੀ ਸੀ। ਤਾਂ ਪੰਡਤ ਦਾ ਬੇਟਾ ਰਾਜੇ ਦੇ ਦਰਬਾਰ ਦੇ ਵਿੱਚ ਖੜਾ ਹੈ ਅਤੇ ਰਾਜਾ ਪੁੱਛਦਾ ਹੈ ਕਿ ਪੰਡਤ ਜੀ, ਮੈਂ ਤੁਹਾਨੂੰ 1 ਮਹੀਨਾ ਪਹਿਲਾਂ 3 ਸਵਾਲ ਪੁੱਛੇ ਸਨ, ਉਹਨਾਂ ਸਵਾਲਾਂ ਦੇ ਜਵਾਬ ਦੇ ਲਈ 1 ਮਹੀਨੇ ਦੀ ਮੌਲਤ ਪੂਰੀ ਹੋ ਗਈ ਹੈ, ਤੁਸੀਂ ਮੈਨੂੰ ਉਹਨਾਂ ਦੇ ਜਵਾਬ ਦੱਸੋ। ਤਾਂ ਪੰਡਤ ਜੀ ਨੇ ਕਿਹਾ ਕਿ ਮੇਰੇ ਪੁੱਤਰ ਨੂੰ ਇਹਨਾਂ 3 ਸਵਾਲਾਂ ਦੇ ਜਵਾਬ ਪਤਾ ਹਨ। ਤਾਂ ਰਾਜੇ ਨੇ ਕਿਹਾ ਕਿ ਦੱਸੋ ਪੁੱਤਰ ਜੀ, ਤੁਸੀਂ ਮੇਰੇ 3 ਸਵਾਲਾਂ ਦੇ ਜਵਾਬ ਦੇ ਸਕਦੇ ਹੋ? ਤਾਂ ਪੰਡਤ ਦੇ ਪੁੱਤਰ ਨੇ ਕਿਹਾ ਕਿ ਹਾਂ ਮਹਾਰਾਜ, ਮੈਂ ਇਹਨਾਂ 3 ਸਵਾਲਾਂ ਦੇ ਜਵਾਬ ਦੇ ਸਕਦਾ। ਤਾਂ ਰਾਜੇ ਨੇ ਕਿਹਾ, ਪਹਿਲਾਂ ਦੱਸੋ ਕਿ ਪਰਮਾਤਮਾ ਕਿਹੋ ਜਿਹਾ ਦਿਸਦਾ ਹੈ। ਤਾਂ ਪੰਡਤ ਦੇ ਪੁੱਤਰ ਨੇ ਕਿਹਾ ਕਿ ਮਹਾਰਾਜ, ਹਜੇ ਤਾਂ ਮੈਂ ਤੁਹਾਡੇ ਦਰਬਾਰ ਦੇ ਵਿੱਚ ਆ ਕੇ ਖੜਾ ਹੀ ਸੀ ਕਿ ਤੁਸੀਂ ਮੈਨੂੰ ਸਵਾਲ ਪੁੱਛ ਲਿਆ, ਪਰ ਮੇਰਾ ਤੁਸੀਂ ਆਦਰ ਮਾਣ ਨਹੀਂ ਕੀਤਾ। ਤਾਂ ਰਾਜੇ ਨੂੰ ਬੜੀ ਸ਼ਰਮ ਆਈ। ਉਸ ਨੇ ਦਰਬਾਰ ਦੇ ਵਿੱਚ ਇੱਕ ਦੁੱਧ ਦਾ ਗਿਲਾਸ ਮੰਗਾਇਆ, ਪੁੱਤਰ ਨੂੰ ਪੀਣ ਲਈ ਕਿਹਾ, ਤੁਸੀਂ ਸਾਡੇ ਮਹਿਮਾਨ ਹੋ, ਦੁੱਧ ਪੀਓ। ਤਾਂ ਪੰਡਤ ਦੇ ਪੁੱਤਰ ਨੇ ਉਹ ਦੁੱਧ ਦਾ ਗਿਲਾਸ ਫੜਿਆ ਅਤੇ ਉਸ ਦੇ ਵਿੱਚ ਉਂਗਲ ਮਾਰ ਕੇ ਦੇਖਣ ਲੱਗ ਗਿਆ। ਤਾਂ ਰਾਜੇ ਨੇ ਕਿਹਾ ਕਿ ਤੁਸੀਂ ਇਹ ਕੀ ਕਰ ਰਹੇ ਹੋ, ਦੁੱਧ ਦੇ ਵਿੱਚ ਉਂਗਲ ਕਿਉਂ ਮਾਰ ਰਹੇ ਹੋ? ਤਾਂ ਪੰਡਤ ਦੇ ਪੁੱਤਰ ਨੇ ਕਿਹਾ ਕਿ ਮਹਾਰਾਜ, ਮੈਂ ਦੁੱਧ ਵਿੱਚੋਂ ਮੱਖਣ ਲੱਭ ਰਿਹਾ। ਤਾਂ ਰਾਜਾ ਉੱਚੀ ਉੱਚੀ ਹੱਸ ਪਿਆ ਅਤੇ ਕਹਿਣ ਲੱਗਾ, ਪੁੱਤਰ ਜੀ, ਦੁੱਧ ਦੇ ਵਿੱਚ ਮੱਖਣ ਇਸ ਤਰ੍ਹਾਂ ਨਹੀਂ ਲੱਭਦਾ, ਪਹਿਲਾਂ ਦੁੱਧ ਨੂੰ ਜਾਗ ਲਾਉਣਾ ਪੈਂਦਾ ਹੈ ਅਤੇ ਫਿਰ ਉਸ ਦੀ ਦਹੀਂ ਬਣਦੀ ਹੈ, ਦਹੀਂ ਨੂੰ ਰਿੜਕਿਆ ਜਾਂਦਾ ਹੈ ਅਤੇ ਫਿਰ ਉਸ ਦੇ ਵਿੱਚੋਂ ਮੱਖਣ ਪ੍ਰਾਪਤ ਹੁੰਦਾ ਹੈ। ਤਾਂ ਪੰਡਤ ਦੇ ਪੁੱਤਰ ਨੇ ਕਿਹਾ ਕਿ ਮਹਾਰਾਜ, ਇਹੀ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਸੀ,
कि पहला परमात्मा की बंदगी करनी पैंदी है, आराधना करनी पैंदी है, उस नूं ध्याना पैंदा है, तां ही वो परमात्मा मिलता है, जो कि मैं तुहानूं दसना चाहुंदा सी। राजे ने दूसरा सवाल किया अते कहा कि परमात्मा कित्थों तक देख सकता है। तां पंडित दे पुत्र ने राजा जी नूं कहा कि राजा जी एक मैनू मोमबत्ती मंगा के दिओ। तां राजे ने तुरंत उस नूं एक मोमबत्ती लिया के दे दी अते पंडित दे पुत्र ने उस मोमबत्ती नूं जलाया अते कहा कि महाराज तुहानूं इस मोमबत्ती का चानण कित्थों तक दिख रहा है। तां राजे ने कहा कि यह बड़ा सरल सवाल है, क्योंकि मोमबत्ती का चानण मोमबत्ती के चारों पासे दिखाई दे रहा है। तां पंडित के पुत्र ने कहा महाराज कुछ समझ आया, जिस तरह इस मोमबत्ती का चानण मोमबत्ती के चारों पासे दिखाई दे रहा है, तो परमात्मा भी इसी तरह सानू चारों पासे दिखाई देता है। तो राजा बड़ा खुश होया, उसने कहा कि मेरा तीसरा ते आखिरी सवाल है, जे तू इसका जवाब दे देगा तो तेनू असी बहुत बड़ा इनाम भी देवांगे, तू बहुत बुद्धिमान जाप रहा है। तो पंडित के पुत्र ने कहा महाराज मैनू तुसी तीसरा सवाल करो, मैनू उम्मीद है कि मैं इस तीसरे सवाल का जवाब भी दे सकदा, मैं तुहानू निराश नहीं करांगा। तां राजे ने वो तीसरा सवाल पूछया, हुण दस बेटा परमात्मा की कर सकता है। तब पंडित का पुत्र कहन लगा कि महाराज तुसी मैनू ये सवाल ये दसो गुरु बन के पूछ रहे हो कि चेला बन के पूछ रहे हो। तब राजे ने कहा कि मैं तुहानू यह सवाल चेला बन के पूछ रहा हाँ। तां पंडित के पुत्र ने कहा कि महाराज ये गल शोभा नहीं देंदी कि तुसी चेले होने के बावजूद उस संघासन ते बैठे हो जिथे एक गुरु नूं होना चाहिए है। मैं तुहाडे संघासन ते बहना, तुसी थल्ले आके मैनू ये सवाल करो कि परमात्मा की कर सकता है, फिर मैं तुहानू इस संघासन ते बैठ के दसांगा कि परमात्मा की कर सकता है। तो राजे ने उस नूं कहा महाराज तुसी मेरे संघासन ते आ जाओ, मैं थल्ले खड़ा हो जाना। हुण वो पंडित का पुत्र गुरु बन वो पंडित का पुत्र राजा बन के उस राजन दे संघासन ते बह गया जिथे कि उस थल्ले खड़े हुए राजे नूं जवाब देना सी। हुण राजा कहन लगा कि महाराज मैनू ये दसो हुण परमात्मा की कर सकता है। दा पंडित का पुत्र संघासन ते बैठा उच्ची उच्ची हसन लग पैंदा, महाराज तुसी हजे भी नहीं समझे कि परमात्मा की कर सकता है। परमात्मा वो कर सकता है जो कि अज तुहाडे नाल होया है। तो राजा कहन लगा कि मैं कुछ समझिया नहीं। तो पंडित का पुत्र कहन लगा महाराज जिथे तुसी खड़े हो उथे मैं खड़ा सी पहला, क्योंकि मैं पहला रंख बनया सी, तुसी राजे सी, हुण तुसी रंख हो ते मैं राजा हाँ, तुहाडे संघासन ते बैठा है। तुहानू एक पल दे विच परमात्मा रंख बनाता ते मैनू राजा बना दिता। तो यह गल सुन के राजे दियां अखां खुल गईयां कि परमात्मा ने एक मिनट दे विच मैनू थल्ले खड़ा कर दिता ते इस नूं मेरे संघासन ते बिठा दिता। सो दोस्तों परमात्मा बहुत बलवान है, वो एक मिनट दे विच राजे नूं रंख बना सकता है ते रंख नूं राजा बना सकता है, जिवें कि इस कहानी दे विच आपां देखिया है। चाहे थोड़े समय लिए सही तो राजा एक मिनट दे विच रंख बन गया, रंख राजा बन गया। कहंदे ने कि परमात्मा किसे तो वख नहीं, पर तेरी वेखण वाली अख नहीं। दोस्तों कहानी वधिया लगी तो इसनूं शेयर कर दिओ, बैल आइकन का बटन दबा दिओ, आल ते सिलेक्ट करो, चैनल सबसक्राइब कर लिओ। अगली कहानी नाल फिर मिलांगे, तद तक लिए सारे दोस्तों नूं सत श्री अकाल।